ਵਸੈ ਭੰ ਗੁਰ ਪ੍ਰਸਾਦ। ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ। ਭਨ ਮਥੁਰਾ ਕਛ ਭੇਦ ਨਹੀਂ। ਗੁਰੂ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਪ੍ਰਤੱਖ ਹਰ। ਨਾਰਾਇਣ ਨਰ ਪਤ ਨਮਸਕਾਰ। ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ। ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨ ਆਇਓ। ਸੋ ਕਹੋ ਟਲ ਗੁਰ ਸੇਵੀਐ। ਅਹਨਸ ਸਹਿਜ ਸੁਭਾਅ। ਦਰਸ਼ਨ ਜਨਮ ਮਰਨ ਦੁਖ ਜਾਇ। ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆਂ ਸੋਹੀਐ। ਸਭਨਾਂ ਦਾ ਵਿਸਾਹ। ਵਾਹਿਗੁਰੂ ਸਾਹਿਬ ਜੀ। ਜੈਤਸਰੀ ਮਹੱਲਾ ਪੰਜਵਾਂ। ਜੈਤਸਰੀ ਮਹੱਲਾ ਪੰਜਵਾਂ। ਕੋਈ ਜਨ ਹਰਸਿਉ ਦੇਵੈ ਜੋਰ। ਚਰਨ ਗਹੋਂ ਬਕੋਂ ਸ਼ੁਭ ਰਸਨਾ। ਦੀਜਹਿ ਪ੍ਰਾਣ ਅਕੋਰ। ਕੋਈ ਜਨ ਹਰਸਿਉ ਦੇਵੈ ਜੋਰ। ਚਰਨ ਗਹੋਂ ਬਕੋਂ ਸ਼ੁਭ ਰਸਨਾ। ਦੀਜਹਿ ਪ੍ਰਾਣ ਅਕੋਰ। ਰਹਾਉ
ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ। ਇਹਾ ਰਸ ਮਹਿ ਮਗਨ ਹੋਤ ਕਿਰਪਾ ਤੇ, ਮਹਾ ਬਿਖਿਆ ਤੇ ਤੋਰ। ਆਇਓ ਸ਼ਰਨ ਦੀਨ ਦੁਖ ਭੰਜਨ, ਚਿਤਵਾਂ ਤੁਮਰੀ ਔਰ। ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਆਇਓ ਸ਼ਰਨ ਦੀਨ ਦੁਖ ਭੰਜਨ, ਚਿਤਵਾਂ ਤੁਮਰੀ ਔਰ। ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਮਾਤ ਗੁਜਰ ਕੌਰ ਜੀ ਦੇ ਮਹਾਨ ਸ਼ਹੀਦੀ ਅਸਥਾਨ 'ਤੇ ਅਦਬ ਪਿਆਰ ਵਿੱਚ ਸਜੀ ਸਾਧ ਸੰਗਤ, ਸਤਿਗੁਰੂ ਜੀ ਨੇ ਦਇਆ ਬਖਸ਼ਿਸ਼ ਕੀਤੀ ਹੈ। ਸਾਨੂੰ ਸਾਰਿਆਂ ਨੂੰ ਆਪਣੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਗੁਰ ਸ਼ਬਦ ਨਾਲ ਆਪ ਜੀ ਜੁੜੇ ਹੋ। ਆਸਾ ਜੀ ਕੀ ਵਾਰ ਦਾ ਕੀਰਤਨ ਤੁਸੀਂ ਸੁਣਿਆ। ਅੱਜ ਦਾ ਦਿਹਾੜਾ ਸਿੱਖ ਪੰਥ ਦੇ ਅੰਦਰ ਇਤਿਹਾਸਕ ਦਿਨ ਵਜੋਂ ਮਨਾਇਆ ਜਾ ਰਿਹਾ ਹੈ, ਯਾਦ ਕੀਤਾ ਜਾ ਰਿਹਾ ਹੈ। ਮਨਾਉਣ ਦਾ ਅਰਥ ਹੁੰਦਾ ਵੀ ਉਸ ਇਤਿਹਾਸ ਨੂੰ, ਉਸ ਉਪਦੇਸ਼ ਨੂੰ, ਉਸ ਕੌਤਕ ਨੂੰ ਆਪਣੇ ਹਿਰਦੇ 'ਚ ਦ੍ਰਿੜ ਕਰਨਾ, ਬਾਰ-ਬਾਰ ਯਾਦ ਕਰਨਾ। ਸੋ ਅੱਜ ਦਾ ਜੋ ਮਹਾਨ ਦਿਹਾੜਾ ਹੈ 1606 ਵਿੱਚ ਧੰਨ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ, ਇਤਿਹਾਸ ਕਹਿੰਦਾ ਵੀ ਅੱਜ ਦੇ ਦਿਨ ਹੋਈ ਹੈ। ਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸਿੱਖ ਸੰਗਤ ਮਨਾ ਰਹੀ ਹੈ। ਸਾਧ ਸੰਗਤ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਖਸੀਅਤ, ਗੁਰੂ ਸਾਹਿਬ ਜੀ ਦੀ ਕੁਰਬਾਨੀ, ਸਤਿਗੁਰੂ ਜੀ ਦੀ ਦੇਣ ਸਿੱਖ ਪੰਥ ਨੂੰ, ਸਾਰੀ ਮਨੁੱਖਤਾ ਨੂੰ ਆਪਣੇ ਆਪ ਵਿੱਚ ਬਹੁਤ ਵੱਡੀ ਅਹਿਮੀਅਤ ਰੱਖਦੀ ਹੈ। ਬਹੁਤ ਵੱਡੀ ਦੇਣ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਬੜੀ ਕਮਾਲ ਦੀ ਸ਼ਖਸੀਅਤ ਧੰਨ ਪੰਚਮ ਪਾਤਸ਼ਾਹ ਜੀ ਸਾਨੂੰ ਦਰਸ਼ਨ ਹੋਣਗੇ ਜਦੋਂ ਅਸੀਂ ਉਹਨਾਂ ਦੇ ਬਚਨਾਂ ਵਿੱਚੋਂ, ਉਹਨਾਂ ਦੇ ਸ਼ਬਦ ਵਿੱਚੋਂ ਜਦੋਂ ਅਸੀਂ ਵੇਖਦੇ ਹਾਂ। ਗੁਰੂ ਸਾਹਿਬ ਜੀ ਦਾ ਇੱਕ ਬਚਨ ਅਕਸਰ ਜਦੋਂ ਪੰਚਮ ਪਾਤਸ਼ਾਹ ਜੀ ਦੀ ਬਾਤ ਅਸੀਂ ਕਰਦੇ ਹਾਂ ਤੇ ਇੱਕ ਬਚਨ ਅਕਸਰ ਸਭ ਸਿੱਖਾਂ ਦੀ ਜ਼ੁਬਾਨ 'ਤੇ ਆਉਂਦਾ ਹੈ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਤੇ ਨਾਲ ਇਹ ਵੀ ਸਾਹਿਬ ਪੰਚਮ ਪਿਤਾ ਜੀ ਨੇ ਉਚਾਰਨ ਕੀਤਾ, ਤੇਰਾ ਕੀਆ ਮਿੱਠਾ ਲੱਗਾ। ਹੁਣ ਇੱਕ ਇੱਕ ਅੱਖਰ ਨੂੰ ਧਿਆਨ 'ਚ ਰੱਖਣਾ। ਗੁਰ ਮੇਰਾ ਸੰਗ ਸਦਾ ਹੈ ਨਾਲੇ। ਹਜ਼ੂਰ ਕਹਿੰਦੇ ਵੀ ਮੈਨੂੰ ਆਪਣੇ ਕਰਤੇ ਦੀ ਰਜ਼ਾ ਬੜੀ ਮਿੱਠੀ ਲੱਗਦੀ ਹੈ। ਮਿੱਠੀ ਲੱਗਣ ਦਾ ਮਤਲਬ ਰਸ ਹੋਣਾ।
ਜਿਵੇਂ ਬੱਚੇ ਨੂੰ ਕੋਈ ਸ਼ੈ ਮਿੱਠੀ ਲੱਗਦੀ ਹੈ ਤੇ ਬੱਚੇ ਦਾ ਸਭ ਤੋਂ ਸਵਾਦੀ ਚੀਜ਼ ਹੁੰਦੀ ਹੈ ਮਿੱਠਾ। ਬੱਚਾ ਮੋਹਿਤ ਹੁੰਦਾ, ਪ੍ਰਭਾਵਿਤ ਹੁੰਦਾ ਮਿੱਠੇ ਤੋਂ। ਉਹਨੂੰ ਰਸ, ਵੈਸੇ ਦੁਨੀਆ ਦੀਆਂ ਹੋਰ ਚੀਜ਼ਾਂ 'ਚੋਂ ਵੀ ਖੱਟੇ ਰਸ, ਲੂਣੇ ਰਸ ਵੀ ਹੁੰਦੇ ਆ, ਪਰ ਜਦੋਂ ਅਸੀਂ ਬੱਚੇ ਦੇ ਸਵਾਦ ਦੀ ਗੱਲ ਕਰਦੇ ਹਾਂ ਤੇ ਉਹਨੂੰ ਮਿੱਠਾ ਰਸ ਚੰਗਾ ਲੱਗਦਾ ਹੈ। ਸੋ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਬੜੀ ਨਿਮਰਤਾ ਦੇ ਨਾਲ ਕਿਹਾ ਕਿ ਬਾਲ ਵਾਂਗ, ਜਿਵੇਂ ਬਾਲ ਨੂੰ ਮਿੱਠਾ ਚੰਗਾ ਲੱਗਦਾ ਹੈ, ਮੈਨੂੰ ਤੇਰੀ ਰਜ਼ਾ ਚੰਗੀ ਲੱਗਦੀ ਹੈ। ਬੱਚੇ ਦੀ ਤਮੰਨਾ ਹੁੰਦੀ ਨਾ, ਕਦੀ ਵਕਤ ਹੁੰਦਾ ਸੀ ਖੀਰ, ਗੁੜ, ਜਾਂ ਅੱਜ ਦੇ ਬੱਚੇ ਆਪਣੇ ਤਰੀਕੇ ਦੇ ਮਿੱਠੇ ਮੰਗਦੇ ਆ, ਚਾਕਲੇਟਾਂ, ਟੌਫੀਆਂ ਆਦਿ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਹੇ ਵਾਹਿਗੁਰੂ ਜੀ, ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਹੈ। ਇਹ ਸ਼ਬਦ ਪੜ੍ਹਨਾ ਬੜਾ ਸੌਖਾ ਹੈ, ਇਹ ਸ਼ਬਦ ਕਮਾਉਣਾ ਇੰਨਾ ਸੌਖਾ ਨਹੀਂ ਹੈ। ਅਸੀਂ ਲੱਖਾਂ ਵਾਰੀ ਇਸ ਸ਼ਬਦ ਨੂੰ ਪੜ੍ਹਦੇ ਹਾਂ, ਲੱਖਾਂ ਵਾਰੀ ਇਸ ਸ਼ਬਦ ਨੂੰ ਸੁਣਦੇ ਹਾਂ। ਪੜ੍ਹਨਾ ਬੜਾ ਸੁਖਾਲਾ ਹੈ, ਸਭ ਕੋਈ ਪੜ੍ਹ ਸਕਦਾ ਹੈ। 3 ਪੰਕਤੀਆਂ ਦਾ ਸ਼ਬਦ ਹੈ, ਸਾਰੇ ਪੜ੍ਹ ਸਕਦੇ ਹਾਂ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। 3 ਪੰਕਤੀਆਂ ਨੇ, ਸਾਰੇ ਯਾਦ ਕਰ ਲੈਣਗੇ। ਪਰ ਇਸ ਸ਼ਬਦ ਨੂੰ ਜੋ ਪੜ੍ਹਨਾ ਉਹਨੂੰ ਕਮਾਉਣਾ, ਕਿਉਂਕਿ ਬਾਣੀ ਮਹਿਜ਼ ਮੰਤਰ ਨਹੀਂ ਹੈ ਵੀ ਰਿਪੀਟ ਕਰ ਲਈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਗੁਰਬਾਣੀ ਵਰਗੇ ਬਣਨਾ ਪੈਣਾ, ਗੁਰਬਾਣੀ ਦੇ ਸੰਚੇ ਵਿੱਚ ਢਲਣਾ ਪਵੇਗਾ ਸਾਨੂੰ। ਸਾਧ ਸੰਗਤ, ਜਦੋਂ ਕੋਈ ਚੀਜ਼ ਕਠੋਰ ਹੁੰਦੀ ਹੈ ਨਾ, ਕਠੋਰ, ਉਹ ਸੰਚੇ 'ਚ ਨਹੀਂ ਢਲਦੀ। ਪਾਣੀ ਜੇ ਗਲਾਸ ਵਿੱਚ ਪਾ ਦਈਏ, ਗਲਾਸ ਦੇ ਆਕਾਰ ਦਾ, ਜੇ ਕੌਲੀ ਵਿੱਚ ਪਾ ਦਈਏ, ਕੌਲੀ ਦੇ ਆਕਾਰ ਦਾ। ਜਿਹੜੇ ਭਾਂਡੇ ਵਿੱਚ ਪਾਵਾਂਗੇ ਉਸੇ ਸੰਚੇ 'ਚ ਢਲ ਜਾਏਗਾ। ਕੋਈ ਵੀ ਲਿਕੁਇਡ ਚੀਜ਼ ਹੈ, ਨਰਮ ਚੀਜ਼ ਹੈ, ਪੱਥਰ ਨਹੀਂ ਸੰਚੇ 'ਚ ਢਲੇਗਾ, ਲੋਹਾ ਨਹੀਂ ਸੰਚੇ 'ਚ ਢਲੇਗਾ। ਲੋਹੇ ਨੂੰ ਪਿਘਲਾਉਣਾ ਪਏਗਾ, ਉਹਨੂੰ ਤਰਲ ਕਰਨਾ ਪਏਗਾ, ਕੋਮਲ ਕਰਨਾ ਪਏਗਾ, ਨਰਮ ਕਰਨਾ ਪਏਗਾ। ਕੋਮਲ ਚੀਜ਼ ਸੰਚੇ 'ਚ ਢਲਦੀ ਹੈ, ਨਰਮ ਚੀਜ਼ ਸੰਚੇ 'ਚ ਢਲਦੀ ਹੈ। ਇਸੇ ਤਰ੍ਹਾਂ ਜੇ ਪੱਥਰ ਵਰਗੇ ਹੋ ਗਏ ਤੇ ਗੁਰੂ ਦੇ ਸੰਚੇ 'ਚ ਨਹੀਂ ਢਲ ਸਕਾਂਗੇ। ਜੇ ਕੋਮਲ ਹੋਵਾਂਗੇ ਫਿਰ ਸੰਚੇ 'ਚ ਢਲਾਂਗੇ। ਤੇ ਕਿਸੇ ਚੀਜ਼ ਦਾ ਵਜੂਦ ਉਦੋਂ ਹੀ ਬਣਦਾ ਜਦੋਂ ਸੰਚੇ 'ਚ ਢਲਦੀ। ਸੱਚੇ ਬਣੇ ਹੁੰਦੇ ਨੇ ਜੀ, ਜਿਹੜੀ ਵੀ ਚੀਜ਼ ਬਣਾਉਣੀ ਹੁੰਦੀ ਹੈ ਉਹਦੇ ਸੱਚੇ ਬਣੇ ਹੁੰਦੇ ਆ। ਕੋਈ ਚੌਰਸ ਬਣਾਉਣੀ ਹੈ, ਕੋਈ ਤਿਕੋਣੀ ਬਣਾਉਣੀ ਹੈ, ਕੋਈ ਮੂਰਤੀ ਬਣਾਉਣੀ ਹੈ, ਜੋ ਵੀ ਬਣਾਉਣਾ ਉਹਦੇ ਸੱਚੇ ਬਣੇ ਹੋਏ ਆ। ਤੇ ਜਦੋਂ ਉਸ ਸੱਚੇ 'ਚ ਪੈ ਜਾਂਦੀ ਹੈ ਤੇ ਫਿਰ ਉੱਦਾਂ ਦੀ ਬਣ ਜਾਂਦੀ ਹੈ। ਇਸੇ ਤਰ੍ਹਾਂ ਗੁਰਬਾਣੀ ਬਣੀ ਹੈ। ਗੁਰਬਾਣੀ ਇੱਕ ਸੰਚਾ ਹੈ। ਜਦੋਂ ਅਸੀਂ ਕੋਮਲ ਹੋਣਾ, ਜਦੋਂ ਅਸੀਂ ਅੰਦਰੋਂ ਦਰਵ ਜਾਣਾ, ਤੇ ਫਿਰ ਗੁਰਬਾਣੀ ਰੂਪੀ ਸੱਚੇ 'ਚ ਪੈ ਕੇ ਉੱਦਾਂ ਦੇ ਬਣ ਜਾਣਾ। ਕਠੋਰ ਚਿੱਤ ਨਹੀਂ ਬਣ ਸਕੇਗਾ ਜੀ, ਕੋਮਲ ਚਿੱਤ ਬਣ ਸਕੇਗਾ। ਸੋ ਸਤਿਗੁਰੂ ਜੀ ਦੇ ਜੋ ਬਚਨ ਹਨ, ਸਾਰੀ ਗੁਰਬਾਣੀ ਇਹ ਤੇ ਉਸ ਸੰਚੇ 'ਚ ਢਲਣ ਵਾਸਤੇ ਹੈ। ਇੱਦਾਂ ਕਿੱਦਾਂ ਹੋ ਸਕਦਾ ਜੀ? ਇਹ ਵੀ ਸਵਾਲ ਆਇਆ ਸੀ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਤੇ ਇਹ ਵੀ ਸਵਾਲ ਆਇਆ ਸੀ ਵੀ ਇੱਦਾਂ ਵੀ ਹੋ ਸਕਦਾ ਵੀ ਕੋਈ ਆਪਣੇ ਆਪ। ਮਾਤਾ ਸੁਣੋ ਨਾ, ਬਾਣੀ ਵੱਲ ਇੱਧਰ ਧਿਆਨ ਦਿਓ। ਮਾਤਾ ਜੀ ਇੱਧਰ ਦਿਓ ਧਿਆਨ, ਆ ਸੁਣੋ ਗੁਰੂ ਦਾ ਬਚਨ ਕੀ ਕਹਿ ਰਿਹਾ। ਦੀਵੇ 'ਚ ਘਿਓ ਪਾਉਣ ਨਾਲ ਭਲਾ ਨਹੀਂ ਹੋਣਾ, ਗੁਰੂ ਦੇ ਸ਼ਬਦ ਨੂੰ ਸੁਣਿਆ ਜਿਹੜੀ ਮੈਂ ਬੇਨਤੀ ਕਰ ਰਿਹਾ, ਫਿਰ ਭਲਾ ਹੋਣਾ। ਇਹ ਤੇ ਕਿਸੇ ਦੇ ਮੂੰਹ ਵਿੱਚ ਪਾਓ ਫਿਰ ਭਲਾ ਹੋਏਗਾ। ਵਾਹਿਗੁਰੂ ਕਰੇ ਸਾਨੂੰ ਸੋਝੀ ਆਵੇ। ਸਾਡਾ ਸਾਰਾ ਧਿਆਨ ਕਰਮਕਾਂਡ ਵੱਲ ਹੁੰਦਾ, ਗੁਰਬਾਣੀ ਦੇ ਗਿਆਨ ਵੱਲ ਨਹੀਂ ਹੁੰਦਾ। ਵਾਹਿਗੁਰੂ ਕਰੇ ਜਿੱਦਾਂ ਸਾਹਿਬ ਕਹਿ ਰਹੇ ਨੇ ਨਾ ਵੀ ਬਾਣੀ ਦੇ ਸੰਚੇ 'ਚ ਢਲੀਏ, ਅਸੀਂ ਢਲ ਸਕੀਏ। ਇਹ ਵੀ ਸਵਾਲ ਆਇਆ ਸੀ ਵੀ ਹੇ ਸੱਚੇ ਪਾਤਸ਼ਾਹ, ਤੁਸੀਂ ਪੜ੍ਹ ਰਹੇ ਹੋ, ਤੁਸੀਂ ਕੀਰਤਨ ਕਰ ਰਹੇ ਹੋ,
तन मन काट काट सब अर्पी विच अग्नि आप जलाई। कोई प्यार की इस इंतहा तक भी पहुँच सकता भी जिस्म टुकड़े टुकड़े करवा दे, जिंदा अग विच सड़ जाए। ਇਹਦੀ ਕੀ ਪਰਿਭਾਸ਼ਾ ਹੈ, ਸਾਨੂੰ ਸਮਝਾਓ। ਸਾਈਂ ਮੀਆਂ ਮੀਰ ਜੀ ਨੇ ਪੁੱਛਿਆ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ, ਸਾਈਂ ਜੀ ਜ਼ਰੂਰ ਇਹਦੀ ਵਿਆਖਿਆ ਕਰਕੇ ਦੱਸਾਂਗੇ। ਵੇਖੋ ਇੱਕ ਗੱਲ ਧਿਆਨ 'ਚ ਰੱਖਣੀ, ਵਿਆਖਿਆ ਕਰਕੇ ਸੁਣਾਉਣੀ ਹੋਰ ਚੀਜ਼ ਹੈ ਤੇ ਵਿਆਖਿਆ ਕਰਕੇ ਦੱਸਣੀ ਹੋਰ ਚੀਜ਼ ਹੈ। ਸੌਖੀ ਹੈ ਵਿਆਖਿਆ ਕਰਕੇ ਸੁਣਾਉਣੀ। ਮੇਰੇ ਵਰਗਾ ਬੰਦਾ 2 ਅੱਖਰ ਪੜ੍ਹੇਗਾ, ਵਿਆਖਿਆ ਕਰਕੇ ਸੁਣਾ ਦੇਗਾ। उस व्याख्या नूं कमा के प्रगट करना है मेरे सतगुरु जी दिखाते हैं। तत्ती तवी ते बैठ के जिदन ये तन सड़ रहा उस दिन साईं जी नूं दसदे आ भी साईं जी ये शब्द की व्याख्या है, ये गुरबाणी बनना, गुरबाणी स्वरूप हो गए, शब्द स्वरूप हो गए। गुरु अर्जन साहब महाराज शब्द स्वरूप हैं, साध संगत वो गुरबाणी स्वरूप हैं। उन्हां वास्ते एक बचन भट्ट साहबान कहते ने, तुसी जन्म तो ब्रह्म विच अभेद हो, तै जन्मत गुरमत ब्रह्म पछाणियो। आखिर उन्होंने क्यों कहा? गुरु अमरदास सच्चे साहब जी के बचन इतिहास विचों मिलते हैं, जिहड़े बाल उमरे असीसां बन के साहिब अर्जन देव जी की झोली च पैंदे। संसारी रिश्ते के तौर पर साहिब गुरु अमरदास जी नाना लगते ने। गुरु अर्जन साहब जी का प्रकाश गोइंदवाल साहब विखे होया। गुरु अमरदास महाराज जी की पुत्री बीबी भानी जी, गुरु अमरदास महाराज के दामाद साहिब रामदास पातशाह। बचपन सतगुरु गुरु अर्जन साहब महाराज जी के चरण शरण विच गुजरिया ते रब्बी अनायतां नियामतां नाल निवाजे गए जी। नदरी नदर निहाल होए, बड़ियां रब्बी बख्शिशां झोली च पईयां। गुरु अमरदास महाराज जी गुरु नानक जोत ने जो वरताइयां। ये कितना प्यारा बचन सी। आख्या सी, अर्जन देव तू बेड़ा है, तू शब्द दा जहाज है। गुरबाणी बनी है, तू गुरबाणी का जहाज है। जिस तरह जहाज का आसरा लैके लोग डुबदे तर जाते हैं, इस तरह अर्जन देव तेरा नाम, तेरा कर्म, तेरा शब्द, तेरा सहारा डुबदियां नूं तारेगा, डुबदियां नूं तारेगा। और तरन वालियां ने जगत नूं सुना के कहा, कहंदे जिन्हां नूं गुरु अर्जन साहब चेते आउंदे आ ना, साडा तजर्बा है। उन्होंने कहा, कहते असीं कमा के गल दस रहे हैं कि जिन्होंने गुरु अर्जन साहब चेते आउंदे आ, फिर वो गर्भ जून विच नहीं पैंदे, वो जन्म मरण तो मुक्त हो जाते हैं। क्योंकि गुरु अर्जन साहब बाणी दा बोहित ने। एक चित्र, एक तस्वीर शरीर ना समझना। साध संगत तस्वीर शरीर नूं मत्था टेकना बड़ा सौखा है, ते शब्द स्वरूप गुरु अर्जन साहब जड़ा ये रूप हो गए, तेरा किया मीठा लग गया, उन्होंने समझना थोड़ा औखा लगेगा सानू। मैं बेनती कर रहा, धन गुरु अमरदास महाराज जी ने की किया? दोहिता बाणी का बोए था बेड़ा, जहाज। अर्जन साहब जहाज हैं। जहाज की करदा जी? हुण जे इदां समुंदर दे विच किसी नूं धक्का दे दईए, ओ 1000 मील पारले पासे जाना है, किड्डे वड्डे संकट, किड्डी वड्डी मुसीबत, किड्डी वड्डी विपता है, बंदे दा पहुंचना नामुमकिन हो जाता है। पर जे गुरु अर्जन साहब रूपी जहाज मिल जाए, समुंदर तो पार संकटां तो मुक्त होकर लग जाएगा। ये लगन वालियां ने कहा, फिर संकट जोन घर बनाया हुआ है। जपियो जिन अर्जन देव गुरु, जपियो जिन अर्जन देव गुरु, जपे जपियो जिन अर्जन देव गुरु, जपियो जिन अर्जन देव गुरु। फिर संकट जोन गर्भ न आयो,
फिर संकट जोन गर्भ न आयो। ये भी सिर्फ तुकांतबंदी नहीं, तत् विचार यह मथुरा, तत् विचार जग तारण को अवतार बनाए। बोहित है ना जी, तो बोहित का काम ही तारना है। धन गुरु अर्जन साहब महाराज जी, तुसी जगत ते आए ही तारन वास्ते हो, डुबदियां नूं तारन वास्ते। इसलिए गुरु अमरदास जी ने कहा दोहिता बाणी का बोहित। बोहित अर्थ हुंदा बेड़ा जहाज। जग तारण को अवतार बनायो, तारन वास्ते आयो महाराज तुसी। किन्नियां रब्बी इनायतां वरतियां जी। आप जी ने सारे इतिहास नूं सुनिया, थोड़ा जिहा सुरत अंदर ताज़ा करिए। रिड़दे रिड़दे हजूर दे मंजी दे पावे नूं फड़ के खड़े हुंदे नाना सतगुरु साहिब गुरु अमरदास महाराज। ते किड्डी बख्शिश, हंबड़ा मार के जदों साहिब उठे ना, सारी मंजी हिली। बड़े बली ने, ते उस महाबली सतगुरु जी दे प्रथाए पहला बचन गुरु अमरदास जी ने कह दिता, ये केड़ा पुरख वड्डा भारी जिन्हें मंजी हिलाई साडी सारी। ये बख्शिशां सन, ये रहमतां सन जी। भोजन छकदियां रिड़दे रिड़दे साहिब दी थाली तक पहुंच गए। ते माता भानी जी ने छेती ना संभाल के गल ना लाया ते आख्या गुरु पिता जी खिमा करना, ये बालक है। ते सच्चे पातशाह जी ने हस के कहा सी, थाल दिया मालका काली ना कर। उस थाल दे मालक गुरु अर्जन साहब महाराज जी ने थाल परोस के साडे सामने रख दिता ते सानू सारियां नू कहा थाल चो भुख मिटाइए। ये लिख के ला दिता कि थाल विच जिदन ये थाल साजिया साहिब श्री गुरु ग्रंथ साहिब महाराज आख्या वो सारे भुख मिटाइए। थाल विच 3 वस्तु पईओ 7। किड्डी वड्डी मनुखता दे उत्ते किरपा कीती जी। संतोख ते सबर मिलदा गुरु अर्जन साहिब जी दे इस थाल विचों। 7 दी कमाई मिलदी, 7 दा आहार मिलदा, 7 दी खुराक मिलदी गुरु अर्जन साहिब जी दे इस थाल विचों। जिंदगी दी सोझी विचार मिलदी है। बड़ी दुनिया ने पत्थर पूजे, चिन्ह पूजे, पशु पूजे, पंछी पूजे, रुख पूजे, नदियां नाले पहाड़ पूजे, पर कितों विचार नहीं मिली। जिदन गुरु अर्जन साहब जी ने सानू शब्द दा पुजारी बनाया, जिदन कहा कि पोथी परमेश्वर का थान, आप मत्था टेकिया, सानू टिकाया, तो इस थाल विचों विचार मिली जिहड़ी मुर्दा चीज़ां चों नहीं सी मिलदी। इत्थे विचार गुरु अर्जन साहब जी दे एहसान वेखो जी। सारा सिख जगत शरदा नाल सीस झुका रहा है। इस थाल विच सत है, संतोख है, विचार है, ते रब्बी नाम है, याद है, साध संगत। बाणी के बोहित ने, थाल दे मालिक ने इदां दा थाल परोसिया। वक्त गुजरदा जांदा ते मैं पहलां भी बेनती कीती सी एक वारी तुहाडे चरनां 'च कि कई बारी ना असीं सोचते हैं भी ये शब्द शायद एक वेले नाल ही संबंधित है। बाणी सदैव सदा काल सब जगह अटल है। हर जगह के उत्ते बाणी का सत वरतदा है, एक समय नाल फिर मुक नहीं जाता। सारी जिंदगी धन गुरु अर्जन साहब महाराज काया करके जिन्नी देर वरतते रहे, इसे शब्द की व्याख्या हुंदी रही, तेरा कीया मीठा लग गया। साहिब गुरु रामदास सच्चे पातशाह महाराज जी ने गुरता गद्दी गुरु नानक दी जोत दे वारस बनाया। गुरु नानक जोत जान के सब ने नमस्कार की। पिरती चंद ईरखा करन लग पिया। गुरु घर विच जन्मिया, बड़ा चंगा प्रबंधक सी, सारी सारी रात जाग के प्रबंध करदा सी। वेखीए ते बाहरों बड़ा कर्मशील है, पर अंदर दी बिरती खोटी सी। प्रभता दी भुख सी, लालच सी, शोहरत दी भुख सी, अंदर तमा सी। गुरु नानक दी गद्दी नूं, गुरु नानक दी जोत नूं विरासत समझदा सी। सोझी दी कमी सी। सो ईरखा दवैख विच सड़दा रह गया। गुरु नानक जोत दे वारस साहिब गुरु अर्जन देव जी हुक्म मनण वाले, तुरों पठाई हुई रूह, वो वारस होए।
ਈਰਖਾ ਦੇ ਭਾਂਬੜ ਬਾਲ ਦਿੱਤੇ ਪ੍ਰਿਥੀ ਚੰਦ ਨੇ, ਸੰਗਤ ਰੋਕ ਦਿੱਤੀ, ਸਾਰਾ ਕੁਝ ਆਪਣੇ ਅਧੀਨ ਕਰ ਲਿਆ, ਲੰਗਰ ਤੱਕ ਮਸਤ ਕਰ ਦਿੱਤੇ, ਬੜਾ ਵੱਡਾ ਬਖੇੜਾ ਖੜਾ ਕੀਤਾ। ਇੱਥੋਂ ਤੱਕ ਵੀ ਪਲੰਘੇ ਡਾਹ ਕੇ ਬਹਿ ਗਿਆ, ਆਸਣ ਲਾ ਕੇ ਬਹਿ ਗਿਆ, ਗੁਰੂ ਅਖਵਾਉਣ ਲੱਗ ਪਿਆ, ਮੱਥੇ ਟਿਕਾਉਣ ਲੱਗ ਪਿਆ ਜੀ। ਇੱਥੋਂ ਤੱਕ ਵੀ ਬਾਣੀ ਦੀ ਰਚਨਾ ਵੀ ਨਕਲੀ ਕਰਵਾਉਣ ਲੱਗ ਪਿਆ। ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ, ਉਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਂਗ ਬਾਣੀ ਰਚਨ ਲੱਗ ਪਿਆ ਜੀ। ਤੇ ਜਿਹੜੀ ਨਾਨਕ ਪਦ ਦੀ ਮੋਹਰ ਲਾਉਣ ਦਾ ਅਧਿਕਾਰ ਕੇਵਲ ਗੁਰੂ ਜੋਤ ਨੂੰ ਹੈ। ਸ਼ਬਦ ਭਾਵੇਂ ਗੁਰੂ ਅਮਰਦਾਸ ਜੀ ਨੇ ਉਚਾਰਨ ਕੀਤੇ ਹੋਣ, ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੇ ਹੋਣ, ਗੁਰੂ ਅਰਜਨ ਸਾਹਿਬ, ਆਖਰ ਦੇ ਉੱਤੇ ਆਪਣਾ ਨਾਮ ਨਹੀਂ ਨਾਨਕ ਪਦ ਲੱਗਿਆ, ਮੋਹਰ ਲੱਗੀ। ਇਹ ਸਤਿਗੁਰੂ ਸਾਹਿਬਾਨ ਗੁਰੂ ਜੋਤ ਨੂੰ ਅਧਿਕਾਰ ਹੈ, ਉਹ ਨਾਨਕ ਸਰੂਪ ਨੇ, ਉਹ ਨਾਨਕ ਪਦ ਵਰਤਦੇ। ਪ੍ਰਿਥੀ ਚੰਦ ਨੇ ਵੀ ਨਾਨਕ ਪਦ ਵਰਤਣਾ ਸ਼ੁਰੂ ਕਰ ਦਿੱਤਾ। ਮਿਹਰਬਾਨ ਪੁੱਤ ਪ੍ਰਿਥੀਏ ਦਾ ਕਵੀਸ਼ਰੀ ਕਰੇ, ਹਿੰਦਵੀ ਪਾਰਸੀ ਨਾਲੇ ਗੁਰਮੁਖੀ ਪੜ੍ਹੇ, ਤਿੰਨ ਭੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਕਾ ਹੀ ਪਾਈ। ਭੋਗ ਮਤਲਬ ਅੰਤ ਵੇਲੇ ਸਾਰੀ ਪੰਕਤੀ ਲਿਖ ਕੇ, ਕਵਿਤਾ ਲਿਖ ਕੇ ਆਖਰ ਤੇ ਨਾਨਕ ਪਦ ਵਰਤ ਲਿਆ ਕਰੇ, ਧੋਖਾ ਦੇਣ ਵਾਸਤੇ। ਗੁਰਤਾ ਗੱਦੀ ਲਾ ਕੇ ਬੈਠਾ। ਇੱਥੋਂ ਤੱਕ ਬੜਾ ਕਲੀਅਰ ਇਤਿਹਾਸ ਅੰਦਰ ਹੋਇਆ। ਜਦੋਂ ਗੁਰੂ ਪਦਵੀ ਦੀ ਦਸਤਾਰ ਆਈ ਗੁਰੂ ਨਾਨਕ ਦੇ ਘਰ ਤੋਂ, ਬਾਬਾ ਸ੍ਰੀ ਚੰਦ ਜੀ ਨੇ ਦਸਤਾਰ ਭੇਜੀ, 2 ਦਸਤਾਰਾਂ ਭੇਜੀ। ਧਿਆਨ ਦੇਣਾ, ਗੁਰੂ ਨਾਨਕ ਦੇ ਘਰ ਤੋਂ ਗੁਰਤਾ ਦੀ ਪਦਵੀ ਤੇ ਦਸਤਾਰ ਆਈ ਤੇ 2 ਦਸਤਾਰਾਂ ਆਈਆਂ। ਗੁਰੂ ਰਾਮਦਾਸ ਜੀ ਦੇ ਸੱਚਖੰਡ ਪਿਆਨੇ ਤੋਂ ਬਾਅਦ ਇੱਕ ਵੱਡਾ ਪੁੱਤਰ ਜਾਣ ਕੇ, ਜੇਠਾ ਪੁੱਤਰ ਜਾਣ ਕੇ ਸਾਹਿਬ ਪ੍ਰਿਥੀ ਚੰਦ ਵਾਸਤੇ ਆਈ। ਇਤਿਹਾਸ ਦੇ ਅੰਦਰ ਬੋਲ ਨੇ, ਸ੍ਰੀ ਚੰਦ 2 ਦਸਤਾਰ ਘੱਲੀ, 2 ਦਸਤਾਰਾਂ ਪਹੁੰਚੀਆਂ ਤੇ ਨਾਲ ਇਹ ਵੀ ਲਿਖਿਆ ਮਿਲਦਾ ਵੀ ਇੱਕ ਦਸਤਾਰ ਜਿਹੜੀ ਕੁੱਲ ਦੀ ਖਾਨਦਾਨ ਦੀ ਸੀ ਉਹ ਪ੍ਰਿਥੀ ਚੰਦ ਦੇ ਬੱਧੀ, ਜਿਹੜੀ ਗੁਰਤਾ ਦੀ ਦਸਤਾਰ ਸੀ ਉਹ ਸਾਹਿਬ ਗੁਰੂ ਅਰਜਨ ਸਾਹਿਬ ਲੱਦੀ, ਗੁਰੂ ਅਰਜਨ ਸਾਹਿਬ ਦੇ ਸੀਸ ਉੱਤੇ ਸੱਜਦੀ। ਕਲੀਅਰ ਹੋਇਆ। ਪਰ ਹਾਲਾਤ ਇਦਾਂ ਦੇ ਬਣੇ, ਪਖੰਡ ਦਾ ਬੋਲ ਬਾਲਾ, ਬਾਬਾ ਬੁੱਢਾ ਜੀ ਵਰਗੇ ਸਿੱਖ, ਉਹਨਾਂ ਨੇ ਸਿੱਖਾਂ ਨੂੰ ਜਾਗਰੂਕ ਕੀਤਾ, ਸੁਚੇਤ ਕੀਤਾ, ਪਖੰਡੀਆਂ ਦੇ ਪੈਰੀ ਮੱਥਾ ਨਾ ਟੇਕੋ। ਗੁਰੂ ਘਰ ਦੇ ਉਹ ਵਜ਼ੀਰ ਸਨ, ਉਹ ਗ੍ਰੰਥੀ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਰਿਮੰਦਰ ਸਾਹਿਬ ਦੇ। ਉਹਨਾਂ ਨੇ ਆਪਣਾ ਫਰਜ਼ ਕੀ ਨਿਭਾਇਆ ਵੀ ਜਗਤ ਨੂੰ ਸੁਚੇਤ ਕੀਤਾ ਕਿ ਪਖੰਡੀਆਂ ਦੇ ਮੱਥਾ ਨਹੀਂ ਟੇਕਣਾ, ਆਓ ਗੁਰੂ ਦੇ ਚਰਨੀ ਲੱਗੀਏ। ਇਹ ਸਿੱਖਣ ਵਾਲੀਆਂ ਗੱਲਾਂ ਸਾਡੇ ਲਈ ਸਾਥ ਨੇ। ਈਰਖਾ ਵੱਧਦੀ ਗਈ ਪ੍ਰਿਥੀ ਚੰਦ ਦੀ। ਸੁਲਹੀ ਖਾਨ ਨੂੰ ਲੈ ਕੇ ਆਇਆ, ਸੁਲਭੀ ਖਾਨ ਚੜਾਇਆ। ਸੁਲਹੀ ਤੇ ਨਾਰਾਇਣ ਰਾਖ, ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਨਿਸ਼ਚਿੰਤ ਹੋ ਕੇ ਬੈਠੇ ਆ। ਸੁਲਹੀ ਕਾ ਹਾਥ ਕਹੂੰ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾਪਾਕ। ਬੜੇ ਅਜੀਬ ਕਿੱਸੇ ਵਰਤਦੇ ਆ, ਬੜੀਆਂ ਵਿਪਤਾਵਾਂ ਦੇ ਹੜ੍ਹ ਆਉਂਦੇ ਆ। ਇੱਕ ਗੱਲ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਕਹੀ ਸੀ, ਗਰੀਬਾਂ ਉੱਪਰ ਜੋ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਸੁਲਹੀ ਹੋਏ ਮੂਆ ਨਾਪਾਕ। ਐਸੇ ਲੋਕ ਅੱਗ ਵਿੱਚ ਸੜ ਕੇ ਜਿਉਂਦੇ ਜੀ ਵੀ ਤੇ ਮਰ ਕੇ ਵੀ ਇਦਾਂ ਨਾਪਾਕ ਹੋ ਕੇ ਮਰੇ। ਪ੍ਰਥਮੇ ਮਤਾ, ਇਹ ਸਭ ਆਪਨੇ ਇਤਿਹਾਸ ਦੀਆਂ ਸਾਖੀਆਂ ਸੁਣੇ। ਮੈਂ ਸਾਰੇ ਮਾਤਰ ਬਚਨ ਚੇਤੇ ਕਰਾ ਰਿਹਾ ਜੀ। ਸੁਲਹੀ ਖਾਨ ਆ ਰਿਹਾ ਜੀ, ਬਿਪਤਾ ਆ ਰਹੀ ਹੈ ਜੀ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਆਹ ਹੈ ਸਾਨੂੰ ਭਰੋਸਾ ਜਿਹੜਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦਿੱਤਾ। ਸਭ ਕੁਛ ਛੋੜ, ਹੋਰ ਕਿਸੇ ਦਾ ਆਸਰਾ ਨਹੀਂ। ਕੈਸੀ ਬੇਬਲਤਾ ਬੈਰਾਗ ਗੁਰੂ ਅਰਜਨ ਸਾਹਿਬ ਆਪਣੇ ਬਚਨਾਂ ਰਾਹੀਂ ਦਿੰਦੇ ਆ। ਜਦੋਂ ਉਸ ਵੇਦਨਾ ਨੂੰ ਉਜਾਗਰ ਕਰਦੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੈ ਚਾਤਰਕ ਕੀ ਨਿਆਈ। ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦੇਖਿਆ ਗੁਰ ਦਰਬਾਰੇ ਜੀਓ। ਪ੍ਰੇਮ ਦੀ ਇੰਤਹਾ ਸਾਡੇ ਹਿਰਦੇ 'ਚ ਪੈਦਾ ਕਰਦੇ। ਸ਼੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਪੱਕਿਆਂ ਕਰਵਾਇਆ। ਬੜੀ ਵੱਡੀਆਂ ਸੇਵਾਵਾਂ। ਸਿੱਖੀ ਦਾ ਵੱਡਾ ਕੇਂਦਰ ਤਰਨਤਾਰਨ ਸਾਹਿਬ ਥਾਪਿਆ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ।
1,57,000 ਦੀਆਂ ਰਕਮ ਖਰਚ ਕੇ 3 ਪਿੰਡਾਂ ਦੀ ਜ਼ਮੀਨ ਸੀ, ਨੂਰ ਦੀ, ਪਲਾਸੌਰ ਤੇ ਖਾਰਾ। 6 ਸਾਲ ਸਰੋਵਰ ਦੀ 48 ਵਿਘਿਆਂ ਦੇ ਵਿੱਚ ਸਰੋਵਰ ਮਹਾਰਾਜ ਨੇ ਬਣਵਾਇਆ। 6 ਸਾਲ ਸਰੋਵਰ ਦੀ ਸੇਵਾ ਲੱਗੀ। 990 ਫੁੱਟ ਇੱਕ ਬਾਈ ਹੈ ਤੇ 999 ਫੁੱਟ ਦੂਜੀ ਬਾਈ। ਮਹਾਰਾਜ ਨੇ ਆਪ ਸਰੋਵਰ ਬਣਵਾਇਆ। ਰੋਗੀਆਂ ਵਾਸਤੇ ਦਵਾਖਾਨਾ ਬਣਾਇਆ ਸੱਚੇ ਪਾਤਸ਼ਾਹ ਜੀ ਨੇ। ਕੁਸ਼ਟ ਦੇ ਰੋਗੀ ਦੂਰ ਦੁਰਾਡੇ ਤੋਂ ਸ਼੍ਰੀ ਤਰਨਤਾਰਨ ਸਾਹਿਬ ਆ ਕੇ ਵਸਣ ਲੱਗੇ। ਗੁਰੂ ਅਰਜਨ ਸਾਹਿਬ ਜੀ ਦੇ ਰਸਨਾ ਉੱਤੇ ਰੱਬੀ ਅਜ਼ਮਤਾਂ ਵਰਤਦੀਆਂ ਸਨ। ਜਦੋਂ ਸਰੋਵਰ ਦੀ ਸੇਵਾ ਚੱਲ ਰਹੀ ਸੀ ਨਾ, ਇੱਟਾਂ ਚੁੱਕ ਕੇ ਲੈ ਗਿਆ ਉਮਰਦੀਨ ਨੂਰਦੀਨ ਦਾ ਪੁੱਤਰ। ਹਾਕਮਾਂ ਦਾ ਕਾਰਦਾਰ ਸੀ, ਉਮਰਾਵ ਸੀ, ਤਾਕਤ ਵਿੱਚ ਅੰਨਾ ਹੋਇਆ ਸੀ। ਸਿੱਖਾਂ ਦੇ ਹਿਰਦੇ ਤਪੇ ਤੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਭਰਿਆ ਬਚਨ ਕਿਹਾ। ਮਹਾਰਾਜ ਕਹਿਣ ਲੱਗੇ, ਚਿੰਤਾ ਨਾ ਕਰੋ, ਇਹ ਜਿੱਥੋਂ ਦੀਆਂ ਇੱਟਾਂ ਨੇ ਨਾ ਉੱਥੇ ਲੱਗਣਗੀਆਂ। ਤੇ ਵਕਤ ਆਉਂਦਾ ਸਿੱਖ ਕੌਮ ਦੇ ਜਰਨੈਲ ਜੱਸਾ ਸਿੰਘ ਰਾਮਗੜੀਆ ਉਸ ਸਰਾਂ ਨੂੰ ਨੂਰਦੀਨ ਨੂੰ ਢਾਹ ਕੇ ਫਿਰ ਉਹ ਇੱਟਾਂ ਲਿਆ ਕੇ ਤਰਨਤਾਰਨ ਸਾਹਿਬ ਸਰੋਵਰ ਨੂੰ ਲਾਉਂਦੇ। ਸਿੱਖੀ ਦੀ ਚੜ੍ਹਦੀ ਕਲਾ ਦੇ ਬਚਨ ਜਿਹੜੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਡੀ ਝੋਲੀ 'ਚ ਪਾਏ, ਵੱਡੀਆਂ ਰਹਿਮਤਾਂ ਜੀ। ਗਰੀਬ ਨਵਾਜੀ ਇੰਨੀ ਹੈ ਕਿ ਮਹਾਰਾਜ ਜੀ ਤਰਨਤਾਰਨ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਜਾ ਰਹੇ ਨੇ। ਰਸਤੇ ਦੇ ਵਿੱਚ ਇੱਕ ਪਿੰਡ ਪੈਂਦਾ ਖਾਨਪੁਰ। ਉੱਥੇ ਸੱਚੇ ਸਾਹਿਬ ਜੀ ਭਾਈ ਹੇਮਾ ਨਾਮ ਦੇ ਇੱਕ ਗਰੀਬ ਨਿਰਧਨ ਕਿਰਤ ਕਰਨ ਵਾਲੇ ਮਨੁੱਖ ਦੀ ਝੌਂਪੜੀ 'ਚ ਰੁਕਦੇ। ਮਹਿਲਾਂ ਵਾਲਿਆਂ ਦੇ ਚੁਬਾਰਿਆਂ ਨੂੰ ਛੱਡ ਕੇ ਕਿਰਤ ਕਰਨ ਵਾਲੇ ਗਰੀਬ ਦੀ ਕੱਖਾਂ ਦੀ ਕੁੱਲੀ 'ਚ ਰੁਕਦੇ ਆ। ਫਟੇ ਹੋਏ ਭੂਰੇ 'ਚ ਟੁੱਟੀ ਹੋਈ ਮੰਜੀ 'ਚ ਰਾਤ ਗੁਜ਼ਾਰਦੇ ਆ ਤੇ ਨਾਲੇ ਬਖਸ਼ਿਸ਼ ਭਰਿਆ ਬਚਨ ਕਹਿੰਦੇ ਨੇ, ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ। ਇਹ ਚੇਤੇ ਰੱਖੀਏ ਸਾਧ ਸੰਗਤ, ਜੇ ਭਲਾ ਬਣਾਉਣਾ ਹੈ ਨਾ ਆਪਣੀ ਛੱਪਰ ਨੂੰ, ਆਪਣੇ ਘਰ ਨੂੰ, ਤੇ ਅਰਥ ਇਹ ਨਹੀਂ ਕਿ ਕਿੱਡੇ ਵੱਡੇ ਮਹਿਲ ਬਣਨਗੇ ਫੇਰ ਉਹ ਭਲਾ ਬਣੇਗਾ, ਚੰਗਾ ਬਣੇਗਾ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਜੇ ਰੱਬੀ ਗੁਣ ਗਾਏ ਜਾਣਗੇ ਤੇ ਫੇਰ ਉਹ ਚੰਗਾ ਬਣੇਗਾ। ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ, ਕਿਤੀ ਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ। ਕਿੰਨੀਆਂ ਰਹਿਮਤਾਂ ਵਰਤਾਉਂਦੇ ਆ ਸੱਚੇ ਪਾਤਸ਼ਾਹ। ਨਿਤ ਦਿਨ ਨਵੀਂ ਅਜ਼ਮਤ ਵਰਤਦੀ ਹੈ। ਪ੍ਰਿਥੀ ਚੰਦ ਈਰਖਾ ਕਰਦਾ, ਮਹਾਰਾਜ ਜੀ ਇੰਨੀ ਨਿਮਰਤਾ ਦੇ ਪੁੰਜ ਨੇ, ਤੇਰਾ ਕੀਆ ਮਿੱਠਾ ਲੱਗਾ। ਸ਼੍ਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਪਰਿਵਾਰ ਨੂੰ ਵਡਾਲੀ ਲੈ ਜਾਂਦੇ। ਗੁਰੂ ਕੀ ਵਡਾਲੀ ਜਿਹਨੂੰ ਅਸੀਂ ਕਹਿੰਦੇ ਹਾਂ। 6ਵੇਂ ਪਾਤਸ਼ਾਹ ਹਜ਼ੂਰ ਦਾ ਪ੍ਰਕਾਸ਼ ਉੱਥੇ ਹੁੰਦਾ। ਇੱਕ ਨਹੀਂ ਅੱਧੀ ਦਰਜਨ ਦੇ ਕਰੀਬ ਯਤਨ ਕੀਤੇ ਪ੍ਰਿਥੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਬਾਲ ਉਮਰੇ ਖਤਮ ਕਰਨ ਦੇ। ਭਾਵੇਂ ਉਹ ਖਿਡਾਵੀ ਦੇ ਦੁੱਧ ਥਣਾ ਨੂੰ ਜ਼ਹਿਰ ਲਾ ਕੇ ਭੇਜਣਾ ਸੀ, ਭਾਵੇਂ ਉਹ ਸਪੇਰੇ ਕੋਲੋਂ ਸੱਪ ਛਡਵਾਉਣਾ ਸੀ, ਭਾਵੇਂ ਉਹ ਮਠਿਆਈ ਦੇ ਰਾਹੀਂ ਜ਼ਹਿਰ ਦੇਣਾ ਸੀ, ਭਾਵੇਂ ਪੰਡਤ ਦੇ ਕੋਲੋਂ ਦਹੀਂ ਦੇ ਵਿੱਚ ਜ਼ਹਿਰ ਦੇ ਕੇ ਮਿਲਵਾਉਣ ਦੀ ਗਾਥਾ। ਹਰ ਇੱਕ ਘਟਨਾ ਤੋਂ ਬਾਅਦ ਸਾਰਾ ਸੱਚ ਸਾਹਮਣੇ ਵੀ ਆਇਆ, ਪਰ ਗੁਰੂ ਪਾਤਸ਼ਾਹ ਨੇ ਕਿਤੇ ਗਿਲਾ ਸ਼ਿਕਵਾ ਨਫ਼ਰਤ ਈਰਖਾ ਨਹੀਂ ਕੀਤੀ, ਕਿਉਂਕਿ ਅੰਦਰ ਇਹ ਵਸਿਆ ਹੋਇਆ, ਤੇਰਾ ਕੀਆ ਮਿੱਠਾ ਲੱਗਾ, ਮਿੱਠਾ ਲੱਗਾ। ਸਿੱਖੀ ਦੇ ਪ੍ਰਚਾਰ ਨੂੰ ਬੁਲੰਦੀਆਂ ਤੇ ਪਹੁੰਚਾਇਆ ਮਹਾਰਾਜ ਨੇ। ਔਰ ਸਭ ਤੋਂ ਵੱਡੀ ਮਨੁੱਖਤਾ ਨੂੰ ਦੇਣ ਕਿ ਸਾਰੀ ਬਾਣੀ ਨੂੰ ਇਕੱਤਰ ਕਰਕੇ ਸ਼੍ਰੀ ਰਾਮਸਰ ਸਾਹਿਬ ਦੇ ਸਥਾਨ ਤੇ ਮਹਾਰਾਜ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਸਰੂਪ 'ਚ ਆਦ ਬੀੜ ਰੂਪ 'ਚ ਤਿਆਰ ਕਰਵਾਇਆ। ਹਰਿਮੰਦਰ ਸਾਹਿਬ ਸੁਸ਼ੋਭਿਤ ਕਰਕੇ ਸਿੱਖ ਸੰਗਤ ਨੂੰ ਉਪਦੇਸ਼ ਦਿੱਤਾ ਕਿ ਅੱਜ ਤੋਂ ਸਾਡੇ ਸਰੀਰ ਦੇ ਨਾਲੋਂ ਬਾਣੀ ਦਾ ਅਦਬ ਵੱਧ ਕਰਨਾ। ਜਿਹੜਾ ਬਾਣੀ ਦਾ ਅਦਬ ਨਹੀਂ ਕਰੇਗਾ ਉਹ ਸਾਡਾ ਭਾਵੇਂ ਸਰੀਰ ਦਾ ਜਿੰਨਾ ਮਰਜ਼ੀ ਸਨਮਾਨ ਕਰੇ, ਉਹ ਸਾਡਾ ਸਿੱਖ ਨਹੀਂ ਹੋਏਗਾ। ਜਿਨ ਭੈ ਅਦਬ ਨਾ ਬਾਣੀ ਧਾਰਾ, ਇਹ ਬਚਨ ਸਮਝ ਲਈਏ ਅਸੀਂ ਸਾਧ ਸੰਗਤ। ਜਿਨ੍ਹਾਂ ਦੇ ਹਿਰਦੇ ਅੰਦਰ ਬਾਣੀ ਦਾ ਭੈ ਅਦਬ ਨਹੀਂ ਹੋਏਗਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਇਹ ਬਚਨ ਫਿਰ ਸੁਣਿਓ, ਸਾਡਾ ਇਤਿਹਾਸ ਬੋਲਦਾ ਹੈ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਮਮ ਸਰੂਪ ਜਾਂ ਤੇ ਹੈ ਦੀਰਘ, ਸਾਹਿਬ ਜਾਨ ਅਦਾਇਬ ਕਰੇ ਹੈ ਆਪ। ਬਾਬਾ ਰਵਿਦਾਸ ਜੀ, ਬਾਬਾ ਕਬੀਰ ਜੀ, ਸਦਨਾ ਜੀ, ਸੈਨ ਜੀ, ਪੀਪਾ ਜੀ, ਧੰਨਾ ਜੀ, ਬਾਬਾ ਫਰੀਦ ਸਾਹਿਬ ਜੀ, ਬਾਬਾ ਕਬੀਰ ਸਾਹਿਬ ਜੀ,
जयदेव जी सारियां पवित्र रूहां भट्ट साहबान सब नूं विराजमान करके नमस्कार कीती। आख्या इस शब्द के अंदर निरंकार दा वस है ते हुक्म कीता परमेश्वर का थान पोथी परमेश्वर का थान पर परमेश्वर का थान पोथी परमेश्वर का थान रब है बैठा। कहते इस पोथी आदि बीड़ श्री गुरु ग्रंथ साहब के अंदर रब विराजमान है। बाणी नूं रब कह के सानू सारियां नूं बाणी दे लड़ ला दिता। साध संगत ये बख्शिश गुरु अर्जन साहब ने की। सिੱਖੀ ਦਾ प्रचार बुलंदियां छूहण लगा और सब तो वड्डी किरपा जिहड़ी हुई कि लोकी मन मत अंध विश्वास तो बाहर आ गए। गुरु अर्जन साहब ने एक गल कही सारिਆਂ ਨੂੰ कि भले लोको मड़ियां मसाणा ते नहीं जाना। बाणी च लिखी हुई है, श्री गुरु ग्रंथ साहब च दर्ज है, दुबदा ना पढ़ो। गुरु अर्जन साहब जी दे नां ते मिठा पानी ते पियाई जा रहे हैं ते ये शब्द किन्ने मनने सी? सिखां ने। ਜਿਹੜੇ ਸਿੱਖ ਅੱਜ ਲੜਦੇ ਪਏ ਆ ਵੀ ਨਹੀਂ ਨਹੀਂ ਅਸੀਂ ਜੀ ਵੱਖਰੇ ਕਮਰਾ ਕੰਧ ਕੱਢ ਕੇ ਬਣਾ ਲਾਂਗੇ, ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਕਬਰ ਤੇ ਹੀ ਜਾਣਾ। ਹੀਲਾ ਵਸੀਲਾ ਕੋਈ ਯਤਨ ਕਰ ਲਈਏ ਪਰ ਲੈ ਕੇ ਮਹਾਰਾਜ ਸਾਨੂੰ ਮਨਾ ਕਰ ਰਹੇ, ਅਸੀਂ ਕਹਿੰਦੇ ਨਹੀਂ ਤੁਹਾਨੂੰ ਵੀ ਲੈ ਕੇ ਜਾਣਾ। ਵੈਸੇ ਮਿੱਠਾ ਪਾਣੀ ਜ਼ਰੂਰ ਪਿਆਵਾਂਗੇ ਤੇ ਸ਼ਬਦ ਨੂੰ ਕੌਣ ਮੰਨੇਗਾ ਵੀ। गुरु अर्जन साहब जी बोले, उन्होंने संदेश दिता दुबदा ना पढ़ो हर बिन होर ना पूजो मड़ा मसान ना जाओ। मड़िया मसाना ते साडा कोई काम नहीं। भाई मंझ वर्गे सिखां नूं उपदेश दिता भलिया जे कबरां ही पूजणियां ते सिख नहीं बन सकदा, क्योंकि दो नहीं ढोएगा एक पासे लगेगा ते सिक्खी कमाएगा। अज आपां सारे एक दूजे नूं पुछीए पर होएगा की? साध संगत तुहाडीआं नज़रां दे सामने जिन्हां ने श्री गुरु ग्रंथ साहब प्रकाश कीते, बाहर हनुमान दे बुत लाए, अंदर कबर बनाई, एक पासे मंदिर बनाया, एक पासे मड़ी बनाई, उत्थे उपदेश कित्थों लागू हो सकेगा? आस करदे हो भी लागू होएगा? ते प्यो वाली कमाई नाल नहीं बनाया, तुहाडा खून चूस चूस के बनाया सब कुछ। उत्थे नहीं असीं बोलना। ते जे इत्थे गरीब सिख विचारा किते एक सेब चुक के घर लै गया ना, ਉਹਦੀ नौकरी खत्म। ਤੇ ਜਿਹੜਾ ਸਾਰੀਆਂ ਕੌਮ ਨੂੰ ਚੁੰਡ ਕੇ ਚੰਗੀ ਤਰ੍ਹਾਂ ਤੁਹਾਡਾ ਖੂਨ ਚੂਸ ਕੇ ਤੇ ਕੌਮ ਦੀਆਂ ਜੜ੍ਹਾਂ ਵੱਢ ਰਹੇ ਨਾ, ਉੱਥੇ ਨਹੀਂ ਅਸੀਂ ਬੋਲਣਾ। ਉੱਥੇ ਸਾਡੀ ਕੋਈ ਸਭਾ ਸੁਸਾਇਟੀ ਨਹੀਂ ਬੋਲਦੀ ਔਰ ਸਾਡੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਹੋ ਰਿਹਾ ਵੀ ਜੋ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਅਸੀਂ ਨੇਸ ਤੋਂ ਨਬੂਦ ਕਰ ਦਿਆਂਗੇ ਉਹਨੂੰ, ਔਰ ਉਹ ਕਰਾਂਗੇ ਵੀ ਗੁਰੂ ਅਰਜਨ ਸਾਹਿਬ ਦੀ ਹਜ਼ੂਰੀ 'ਚ। ਮਹਾਰਾਜ ਨੇ ਕੀ ਕਿਹਾ ਸੀ? ਭਾਈ ਮੰਝ तेरे च ते मेरे च फर्क खत्म हो जाएगा। मंझ प्यारा गुरु को गुर मंझ प्यारा। कला तू नहीं प्यार करेगा, जिन्ना तू प्यार करेगा उन्ना मैं प्यार करांगा। पर याद रखी पहला अपनी सोच विचों ते अपने घर विचों दुबदा खत्म करके आ। ते धन भाई मंझ उन्हें कई फड़ी घर चों मड़ी पुट के बाहर टोबे च सुट के आया। आख्या ये किते नामो निशान जी इहदा रह गया ते मेरी सोच विच दुबदा बनी रह जानी। अज दसो इस धरती ते गुरु घरां दे अंदर समाधां बना के पूजा हो रही है। ये है साडी हालत, क्योंकि असी सिर्फ मिठा पानी पीता ते पियाया, असी समझिया नहीं है भी गुरु साहब ने की आख्या। गुरु अर्जन साहब बोल की रहे ने, अज भी बोल रहे ने। गुरु अर्जन प्रतख हर, ये नहीं कोई आउटपुट भी किन्ने हज़ार छबील लाई, किन्ने हज़ार क्विंटल खंड लाती। असी ठीक है जरूर जल छकाओ, विरोध नहीं है कोई। साध संगत ये भी साडे पुरखियां ने बड़ी चंगी सोच दिती सी। किसी दी प्यास बुझाओ, किसी दा भला करो। इक्को दिन नहीं, टैंपरेचर 46 47 48 हो रहा, सारा महीना छकाओ, गर्मियां छकाओ, सारा महीना परोपकार करो, चंगी सेवा, बुरी गल नहीं है। पर क्यों छका रहे हैं असीं? वो शीतलता जिहड़ी गुरु अर्जन साहब ने दिती सी, कल्ले ठंडे पानी विच नहीं, वो शीतलता बाणी विच भी है। गुरमुखो वो भी तो वंडिए ना, ठंड पे जलन बुझी शीतल होए, सुन सुन होवे परम गत मेरी। ते बाणी की करेगी? जलन बुझाएगी।
ਜ਼ਰੂਰ ਠੰਡਾ ਜਲ ਛਕਾਓ, ਗੁਰੂ ਦੇ ਨਾਂ ਉੱਤੇ ਮਿਲ ਰਿਹਾ, ਮੱਥਾ ਟੇਕ ਕੇ ਛਕੋ। ਮੈਂ ਡਰਦਾ ਕਹਿ ਰਿਹਾ ਗੱਲਾਂ, ਕਿਉਂਕਿ ਪਤਾ ਨਹੀਂ ਅਰਥ ਕੀ ਕੱਢ ਲੈਣੇ। ਹਰਪਾਲ ਸਿੰਘ ਨੇ ਤੇ ਵਿਰੋਧ ਕਰਤਾ। ਨਹੀਂ ਭਾਈ, ਪਰ ਜਿਹੜੀ ਆਤਮਿਕ ਠੰਡ ਪੈਣੀ ਉਹਨੂੰ ਸਤਿਗੁਰੂ ਕਹਿੰਦੇ ਵੀ ਜਲਨ ਬੁੱਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀ। ਭਾਈ ਮੰਝ ਜੀ ਨੂੰ ਪੁੱਛੋ ਸਿੱਖ ਕਿੱਦਾਂ ਬਣੀਦਾ, ਭਾਈ ਬਹਿਲੋ ਨੂੰ ਪੁੱਛੋ ਸਿੱਖ ਕਿਵੇਂ ਬਣੀਦਾ, ਭਾਈ ਲੰਗਾਹ ਨੂੰ ਪੁੱਛੋ ਸਿੱਖ ਕਿਵੇਂ ਬਣੀਦਾ। ਸਭ ਕਬਰ ਪੂਜਕ ਸਨ। ਸਖੀ ਸਰਵਰੀਏ ਦੇ, ਨਗਾਹੇ ਵਾਲੇ ਦੇ, ਲਾਲਾਂ ਵਾਲੇ ਦੇ ਜ਼ਿਆਰਤਾਂ ਖੀਰਨੀਆਂ ਵੰਡਣੀਆਂ ਉੱਥੇ ਜਾ ਕੇ। ਮਹਾਰਾਜ ਨੇ ਸ਼ਬਦ ਦੇ ਲੜ ਲਾਇਆ, ਬਾਣੀ ਨਿਰੰਕਾਰ ਨਾਲ ਜੁੜੇ, ਨਾਮ ਤੇ ਸਿਮਰਨ ਦਾ ਰਸ ਲਿਆ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਿਆ। ਕਿੱਦਾਂ ਦਾ ਸਿਦਕ ਸੀ ਉਹਨਾਂ ਸਿੱਖਾਂ ਦਾ ਜੀ, ਕਿੰਨੇ ਪਿਆਰ ਵਾਲੀਆਂ ਰੂਹਾਂ ਸਨ। ਭਾਈ ਤਿਲਕੂ ਜੀ ਵਰਗੇ ਸਿਦਕੀ ਸਿੱਖ ਗੁਰੂ ਅਰਜਨ ਸਾਹਿਬ ਦੇ ਚਰਨਾਂ ਨਾਲ ਆਪ ਜੁੜੇ, ਤੇ ਉਹ ਪਖੰਡੀਆਂ ਦੇ ਪਿੱਛੇ ਨਹੀਂ ਲੱਗੇ। ਉਹਨਾਂ ਦੇ ਸਿਦਕ ਦੇ ਸਦਕਾ ਪਖੰਡੀ ਵੀ ਗੁਰੂ ਅਰਜਨ ਸਾਹਿਬ ਕੋਲ ਗਏ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਚਰਨੀ ਲਾ ਲਓ। ਜੋਗੀ ਕਹਿੰਦਾ ਤਿਲਕੂ ਜੀ ਮੇਰੇ ਕੋਲ ਆਉਣ, ਪਰ ਤਿਲਕੂ ਜੀ ਸਿਦਕ ਵਿੱਚ ਦ੍ਰਿੜ ਨੇ ਤੇ ਓੜਕ ਟੁੱਟ ਕੇ ਹਾਰ ਕੇ ਚਰਨੀ ਡੇਗ ਕੇ ਕਹਿੰਦਾ ਭਾਈ ਤਿਲਕੂ ਮੈਨੂੰ ਦਰਸ਼ਨ ਦੇ। ਤੇ ਗੁਰੂ ਕੇ ਸਿੱਖ ਦਾ ਪਿਆਰ ਵੇਖੋ, ਕਹਿੰਦਾ ਮੇਰੇ ਦਰਸ਼ਨ ਕੀ ਕਰੇਗਾ, ਆ ਗੁਰੂ ਦੇ ਦਰਸ਼ਨ ਕਰਾਵਾਂ। ਕੋਈ ਜਨ ਹਰ ਸਿਉ ਦੇਵੈ ਜੋਰ। ਸਿੱਖੀ ਦੀ ਇਸ ਚੜ੍ਹਦੀ ਕਲਾ ਸਦਕਾ ਬਹੁਤ ਵੱਡੀ ਅੱਗ ਲੱਗੀ। ਕਰਮਕਾਂਡੀ ਭਰਮ ਪਖੰਡੀਆਂ ਨੂੰ ਵੀ ਲੱਗੀ ਤੇ ਕਬਰ ਪੂਜਕਾਂ ਨੂੰ ਵੀ ਲੱਗੀ। ਸਾਧ ਸੰਗਤ, ਬੀਰਬਲ ਦੇ ਜਰੀਏ ਕਰਮਕਾਂਡੀਆਂ ਨੇ ਅਪਰੋਚ ਕੀਤੀ ਜਹਾਂਗੀਰ ਤੱਕ, ਤੇ ਮੁਰਤਜ਼ਾ ਖਾਨ, ਸ਼ੇਖ ਅਹਿਮਦ ਸਰਹੰਦੀ, ਇਹ ਸਾਰਿਆਂ ਦੇ ਜਰੀਏ ਇਹ ਕਬਰ ਪੂਜਕਾਂ ਨੇ ਅਪਰੋਚ ਕੀਤੀ। ਕੱਟੜਤਾ, ਕਰੂਰਤਾ, ਕਿਉਂਕਿ ਅਕਬਰ ਬਾਦਸ਼ਾਹ ਆਪਣੇ ਪੋਤੇ ਨੂੰ ਗੱਦੀ ਤੇ ਬਿਠਾਉਣਾ ਚਾਹੁੰਦਾ ਸੀ। ਇਲਜ਼ਾਮ ਤਰਾਸ਼ੀ ਕਰਕੇ ਗੁਰੂ ਅਰਜਨ ਸਾਹਿਬ ਜੀ ਨੂੰ, ਅਸਲ 'ਚ ਸੌਦਾ ਹੀ ਇਹ ਹੋਇਆ ਸੀ ਜਹਾਂਗੀਰ ਦੇ ਨਾਲ ਵੀ ਤੇਰੀ ਮਦਦ ਮੁਤੱਸਬੀ ਕਹਿੰਦੇ ਤਾਂ ਕਰਾਂਗੇ ਜੇ ਤੂੰ ਗੁਰੂ ਅਰਜਨ ਸਾਹਿਬ ਨੂੰ ਸਦਾ ਵਾਸਤੇ ਚੁੱਪ ਕਰਵਾਵੇਂ। ਤੇ ਉਹ ਲਿਖਦਾ ਵੀ ਆਪਣੀ ਤੁਜਕ ਵਿੱਚ ਕਿ ਮੈਂ ਬਹੁਤ ਦੇਰ ਦਾ ਸੋਚ ਰਿਹਾ ਸੀ, ਗੁਰੂ ਨਾਨਕ ਦੇ ਘਰ ਨੂੰ ਝੂਠ ਦੀ ਦੁਕਾਨ ਕਹਿੰਦਾ ਉਹ, ਗੁੱਸੇ 'ਚ, ਕ੍ਰੋਧ ਵਿੱਚ, ਨਫ਼ਰਤ 'ਚ, ਵੀ ਮੈਂ ਕਦੋਂ ਦਾ ਇਹਨੂੰ ਬੰਦ ਕਰ ਦਿਆਂ। ਬਹਾਨਾ ਬਣਾਉਂਦਾ, ਮੁਰਤਜ਼ਾ ਖਾਨ ਦੇ ਸਤਿਗੁਰੂ ਜੀ ਨੂੰ ਹਵਾਲੇ ਕਰਦਾ। ਚੰਦੂ ਦੀ ਡਿਊਟੀ ਲੱਗਦੀ ਹੈ ਜ਼ੁਲਮ ਢਾਉਣ ਦੇ ਉੱਤੇ, ਕਿਉਂਕਿ ਚੰਦੂ ਦੇ ਅੰਦਰ ਵੀ ਭਾਂਬੜ ਬਲਦੇ ਸੀ। ਸਰਹੰਦ ਵਾਲਾ ਸ਼ੇਖ ਅਹਿਮਦ, ਆ ਜਿਹੜੇ ਰੋਜ਼ਾ ਸ਼ਰੀਫ ਹੈ, ਇਹਦਾ ਜਿਹੜਾ ਇੱਥੇ ਨਿਆਈ ਸੀ, ਉਹ ਸਾਰਾ ਰੋਲ ਅਦਾ ਕਰਦਾ। ਗੁਰੂ ਅਰਜਨ ਸਾਹਿਬ ਜੀ ਨੂੰ ਮੁਤੱਸਬ ਦੇ ਅਧੀਨ ਕੈਦ ਕੀਤਾ ਜਾਂਦਾ, ਜ਼ੁਲਮ ਢਾਇਆ ਜਾਂਦਾ, ਜਿਸਮ ਨੂੰ ਲੂਹਿਆ ਜਾਂਦਾ। ਕਿੰਨਾ ਭਿਆਨਕ ਦਰਦ ਸਤਿਗੁਰੂ ਜੀ ਨੂੰ ਦਿੱਤਾ। ਤਵੀ ਤਪਦੀ ਆ, ਰੇਤਾ ਤਪਦਾ, ਜੇਠ ਦਾ ਮਹੀਨਾ ਤਪਦਾ, ਲਾਲ ਸੁਰਖ ਅੱਖਾਂ ਵਾਲੇ, ਨਫ਼ਰਤ ਨਾਲ, ਅੱਗ ਨਾਲ ਭਰੇ ਹੋਏ, ਸਭ ਤਪੇ ਹੋਏ। ਚੰਦੂ ਤਪਿਆ ਹੋਇਆ, ਮੁਰਤਜ਼ਾ ਖਾਨ ਤਪਿਆ ਹੋਇਆ, ਸਭ ਪਿਰਥੀ ਚੰਦ ਤਪਿਆ ਹੋਇਆ। ਤੇ ਗੁਰੂ ਅਰਜਨ ਸਾਹਿਬ ਜੀ ਤੱਤੀ ਤਵੀ ਤੇ ਬੈਠ ਕੇ ਕਹਿ ਰਹੇ ਨੇ, ਤੇਰਾ ਕੀਆ ਮਿੱਠਾ ਲਾਗੈ, ਤੇਰਾ ਕੀਆ ਮਿੱਠਾ ਲਾਗੈ। ਹਰ ਨਾਮ ਪਦਾਰਥ ਨਾਨਕ ਮੰਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਜੁਗਤ ਸਾਹਿਬ ਨੇ ਸਿਖਾਈ ਸਾਨੂੰ। ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ। ਕਿੱਦਾਂ ਪ੍ਰੇਮ ਨਿਭਦਾ ਜੀ। ਗੁਰੂ ਸਾਹਿਬ ਕਹਿੰਦੇ ਇਦਾਂ ਨਿਭਾਉਣਾ ਜਿਵੇਂ ਮੱਛੀ ਨਿਭਾਉਂਦੀ ਹੈ। ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਜਿਵੇਂ ਪਤੰਗਾ ਨਿਭਾਉਂਦਾ। ਸੁਣਿਓ ਉਦਾਹਰਨਾਂ ਵੇਖੋ ਕਿੰਨੇ ਕਮਾਲ ਦੀਆਂ। ਉਹ ਮਿਟ ਜਾਂਦਾ ਪਰ ਜੋਤ ਨੂੰ ਨਹੀਂ ਤਿਆਗਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹ ਜਿਸਮ ਮਿਟ ਜਾਏ ਪਰ ਸੱਚ ਤੇ ਧਰਮ ਨੂੰ ਨਹੀਂ ਤਿਆਗਣਾ। ਇਸ ਤਰ੍ਹਾਂ ਜਿਵੇਂ ਮੱਛੀ ਨਿਭਾਉਂਦੀ ਹੈ, ਇਵੇਂ ਜਿਵੇਂ ਪਤੰਗਾ ਨਿਭਾਉਂਦਾ।
ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ। ਸ਼ਬਦ ਸੁਰਤ ਸੁਣ ਲੀਨ ਹੋਏ। ਵੇਖੋ ਕੈਸੀ ਕਲਾ ਸਾਹਿਬ ਨੇ ਵਰਤਾਈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ, ਕਹਿੰਦੇ ਇਦਾਂ ਜਿਵੇਂ ਇੱਕ ਮਿਰਗ ਆਪਣਾ ਸੁਭਾਅ ਨਹੀਂ ਤਿਆਗ ਰਿਹਾ, ਉਹ ਸ਼ਬਦ ਧੁਨ ਨੂੰ ਸੁਣਦਾ, ਮੌਤ ਪ੍ਰਵਾਨ ਕਰਦਾ, ਪਰ ਧੁਨ ਤੋਂ ਪਿੱਛੇ ਨਹੀਂ ਹਟਦਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਦਾਂ ਸਿਖਾਇਆ ਵੀ ਸੱਚ ਨੂੰ ਅਸੀਂ ਕਮਾਉਣਾ ਕਿਵੇਂ ਹੈ। ਇਦਾਂ ਲਿਵ ਨੂੰ ਜੋੜਨਾ ਸ਼ਬਦ ਤੇ ਸੁਰਤ ਨਾਲ, ਜਿਵੇਂ ਇੱਕ ਮਿਰਗ ਜੋੜਦਾ ਜੀ। 5 ਪ੍ਰਮਾਣ ਸੱਚੇ ਪਾਤਸ਼ਾਹ ਜੀ ਨੇ ਦਿੱਤੇ ਆ। ਦੇਸ਼ ਨਾ ਵਿਸਰੈ ਬੰਬੀਹਾ ਜਿਉ ਆਖ ਵਖਾਣੀ। ਜਿਵੇਂ ਬੰਬੀਹਾ ਆਪਣੀ ਰਾਟਣ ਨਹੀਂ ਛੱਡਦਾ, ਆਪਣੀ ਧੁਨ ਨਹੀਂ ਛੱਡਦਾ, ਇਦਾਂ ਕਹਿੰਦੇ ਸਾਨੂੰ ਸ਼ਬਦ ਨਾ ਵਿਸਰੇ ਜੀ, ਹਰ ਛਿਨ ਚੇਤੇ ਰਵੇ। ਗੁਰਮੁਖ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਜਿਉਣ ਵਾਲੇ ਆ, ਉਹ ਪਿਰਮ ਰਸ ਦੇ ਪਿਆਲੇ ਪੀਂਦੇ ਨੇ। ਜਦੋਂ ਸਾਧ ਸੰਗਤ ਦੇ ਅੰਦਰ ਜੁੜਦੇ ਆ ਤੇ ਫਿਰ ਉਹ ਰੂਹਾਂ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਆਪਣਾ ਆਦਰਸ਼ ਮੰਨ ਕੇ ਭਾਈ ਸਾਹਿਬ ਕਹਿੰਦੇ ਗੁਰੂ ਅਰਜਨ ਸਾਹਿਬ ਤੋਂ ਕੁਰਬਾਨ ਜਾਂਦੀਆਂ। ਸੋ ਇਹ ਸਾਨੂੰ ਤਰੀਕਾ ਜੁਗਤ ਗੁਰੂ ਅਰਜਨ ਸਾਹਿਬ ਮਹਾਰਾਜ ਸਮਝਾ ਗਏ ਕਿ ਇਦਾਂ ਅਸੀਂ ਧਰਮ ਨੂੰ ਕਮਾਉਣਾ, ਇਦਾਂ ਅਸੀਂ ਸ਼ਾਂਤ ਰਹਿਣਾ, ਸੀਤਲ ਰਹਿਣਾ। ਤੇ ਸਿੱਖਾਂ ਨੇ ਬੜਾ ਪਿਆਰਾ ਕੰਮ ਕੀਤਾ, ਮੈਂ ਇਹਦਾ ਵਿਰੋਧ ਨਹੀਂ ਕਰਦਾ। ਸਾਡੇ ਪੁਰਖਿਆਂ ਨੇ ਕਿਹਾ ਆਓ ਸੀਤਲਤਾ ਵੰਡੀਏ। ਕੀ ਵੰਡਦੇ ਹਾਂ ਜੀ ਅਸੀਂ? ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੇ ਛਬੀਲ ਲੱਗਦੀ ਆ। ਹੁਣ ਛਬੀਲ ਵਿੱਚ ਕੀ ਹੈ? ਮਿਠਾਸ ਤੇ ਸੇ ਕੋਲ ਹੋਏਗੀ। ਜੇ ਕੋਲ ਕੋਈ 4 ਰੁਪਏ ਹੈਗੇ ਫੇਰ ਹੀ ਵੰਡਾਂਗੇ ਨਾ ਜੀ। ਤੇ ਜੇ ਸਾਡੇ ਕੋਲ ਹੀ ਮਿਠਾਸ ਨਾ ਹੋਈ, ਸੀਤਲਤਾ ਨਾ ਹੋਈ, ਤੇ ਫਿਰ ਕੱਲੇ ਪਾਣੀ ਦੀ ਛਬੀਲ ਵਿੱਚੋਂ ਵੀ ਸ਼ਾਇਦ ਕੁੜੱਤਣ ਹੀ ਨਜ਼ਰ ਆਵੇ ਨਾ। ਸੋ ਸਾਧ ਸੰਗਤ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਂ ਉੱਤੇ ਅਸੀਂ ਠੰਡਾ ਮਿੱਠਾ ਜਲ ਛਕਾਉਂਦੇ, ਜ਼ਰੂਰ ਛਕਾਓ, ਪਰ ਸੀਤਲਤਾ ਤੇ ਮਿਠਾਸ ਵੰਡਣੀ ਨਾ ਭੁੱਲਿਓ। ਬੜਾ ਚੰਗਾ ਕੰਮ ਕੀਤਾ ਸੀ ਸਾਡੇ ਪੁਰਖਿਆਂ ਨੇ। ਹਿੰਦੂ ਵੀਰਾਂ ਨੇ ਸ਼੍ਰੀ ਰਾਮ ਚੰਦਰ ਨੂੰ ਯਾਦ ਕੀਤਾ, ਰਾਵਣ ਦੇ ਧਰੋ ਨੂੰ ਚੇਤੇ ਕੀਤਾ, ਰਾਵਣ ਦੇ ਬੁੱਤ ਬਣਾ ਕੇ ਅੱਗ ਲਾਈ। ਬੜਾ ਪ੍ਰਦੂਸ਼ਣ ਹੁੰਦਾ, ਬੜਾ ਸਾਹ ਲੈਣਾ ਔਖਾ ਹੁੰਦਾ, ਪਰ ਉਹ ਆਪਣੇ ਤਰੀਕੇ ਨਾਲ ਆਪਣੇ ਮਿਥਿਆਸ ਜਿੱਦਾਂ ਵੀ ਉਹਨੂੰ ਯਾਦ ਕਰਦੇ ਆ। ਸਾਡੇ ਵੱਡਿਆਂ ਨੇ ਇਹ ਮਰਿਆਦਾ ਚਲਾਈ, ਠੰਡਾ ਮਿੱਠਾ ਜਲ ਵੰਡਣਾ। ਜ਼ਰੂਰ ਵੰਡੋ ਸਾਧ ਸੰਗਤ, ਜ਼ਰੂਰ ਵਰਤਾਓ। ਪਰ ਜੋ ਗੁਰੂ ਅਰਜਨ ਸਾਹਿਬ ਜੀ ਦਾ ਉਪਦੇਸ਼ ਹੈ, ਅਸਲ 'ਚ ਆਤਮਾ ਨੂੰ ਸੀਤਲਤਾ ਉਹਨੇ ਦੇਣੀ, ਬਾਣੀ ਨੇ ਦੇਣੀ ਹੈ। ਜਦੋਂ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੂੰ ਚੇਤੇ ਕਰਾਂਗੇ, ਇੱਕ ਯਾਦ ਅਟੁੱਟ ਰੂਪ 'ਚ ਨਾਲ ਜੁੜ ਗਈ। 1984 'ਚ ਸ਼੍ਰੀ ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਦਾ ਹਮਲਾ। ਉਹ ਵੱਖਰੀ ਗੱਲ ਹੈ ਵੀ ਕੈਲੰਡਰ ਦਾ, ਤਰੀਕਾਂ ਦਾ ਐਸਾ ਮਿਲਗੋਬਾ ਬਣਾਇਆ ਕਿ ਇਹ ਮਈ ਵਿੱਚ ਅਸੀਂ ਗੁਰੂ ਅਰਜਨ ਸਾਹਿਬ ਜੀ ਦਾ ਮਨਾਉਣ ਲੱਗ ਪਏ ਹਾਂ। ਪਰ ਉਹ ਜਿੱਦਾਂ ਸਾਰਾ ਕੁਝ ਤੁਸੀਂ ਬਹੁਤਾ ਜਾਣੂ ਹੋ, ਮੈਂ ਬਹੁਤਾ ਨਹੀਂ ਕਹਿ ਸਕਦਾ। ਪਰ ਇਹ ਯਾਦ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨਾਲ ਜੁੜੀ, ਕਿਉਂਕਿ ਸਿੱਖ ਸੰਗਤਾਂ ਸ਼ਹੀਦੀ ਮਨਾਉਣ ਲਈ ਜੁੜੀਆਂ ਸਨ। ਉਸ ਵੇਲੇ ਟੈਂਕਾਂ ਤੇ ਤੋਪਾਂ ਦਾ ਹਮਲਾ ਹੋਇਆ, ਬਹੁਤ ਸਾਰੀਆਂ ਸ਼ਹੀਦੀਆਂ ਹੋਈਆਂ। ਸਬਰ ਦੇ ਨਾਲ ਜ਼ਬਰ ਦਾ ਮੁਕਾਬਲਾ ਹੋਇਆ। ਸੰਗਤ ਜਿਹੜੀ ਹਾਜ਼ਰੀ ਭਰਨ ਗਈ ਸੀ, ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ। ਸੋ ਬਹੁਤ ਸਾਰੀਆਂ ਇਤਿਹਾਸ ਦੀਆਂ ਘਟਨਾਵਾਂ ਜਿਹੜੀਆਂ ਨੇ, ਉਹ ਸਾਡੇ ਵਾਸਤੇ ਰੋਸ਼ਨੀ ਬਣ ਕੇ ਸਾਨੂੰ ਜਿਉਣ ਦੀ ਜਾਚ ਸਿਖਾਉਂਦੀਆਂ। ਮਹਾਰਾਜ ਕਿਰਪਾ ਕਰਨ, ਸੱਚੇ ਸਾਹਿਬ ਜੀ ਦੀਆਂ ਅਸੀਸਾਂ ਖੁਸ਼ੀਆਂ ਤੁਹਾਨੂੰ ਮਿਲਣ। ਤੁਸੀਂ ਸੇਵਾ ਕਰੋ ਰੱਜ ਰੱਜ ਕੇ, ਪਰਉਪਕਾਰ ਕਰੋ, ਪਰ ਗੁਰੂ ਅਰਜਨ ਸਾਹਿਬ ਜੀ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾਈਏ। ਸਾਧ ਸੰਗਤ, ਸਾਨੂੰ ਵਿਸਰੇ ਨਾ ਗੁਰੂ ਕੇ ਬਚਨ, ਗੁਰੂ ਕਾ ਉਪਦੇਸ਼। ਸਾਰੀ ਮਨੁੱਖਤਾ ਦੇ ਭਲੇ ਵਾਸਤੇ ਸਦਾ ਸਿੱਖ ਨੇ ਯਤਨਸ਼ੀਲ ਰਹਿਣਾ। ਪਰਉਪਕਾਰੀ ਸਤਿਗੁਰੂ ਜੀ ਨੇ ਸਾਰੀ ਮਨੁੱਖਤਾ ਵਾਸਤੇ ਐਸਾ ਹਰਮੰਦਰ ਸਿਰਜਿਆ, ਐਸੀ ਕੀਰਤਨ ਦੀ ਧੁਨ ਵੰਡੀ, ਐਸਾ ਸ਼ਬਦ ਦਾ ਬੋਹਿਤ ਬਖਸ਼ਿਆ ਕਿ ਜਿਹੜਾ ਵੀ ਆਏਗਾ ਸੰਸਾਰ ਦੇ ਉੱਤੇ, ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ 4 ਵਰਨਾ ਕੋ ਸਾਂਝਾ, ਕਿਸੇ ਨਾਲ ਕੋਈ ਵਿਤਕਰਾ ਨਹੀਂ। ਸੋ ਵਿਤਕਰੇ ਵੰਡੀਆਂ ਖਤਮ ਹੋ ਸਕਣ। ਆਓ ਭੁੱਲਾਂ ਬਖਸ਼ੋ, ਅਸੀਸ ਦਿਓ ਸਾਰੀ ਮਨੁੱਖਤਾ ਦੇ ਭਲੇ ਵਾਸਤੇ। ਗੁਰੂ ਸਾਹਿਬ ਜੀ ਇਹ ਮਹਾਮਾਰੀ, ਇਹ ਵਿਪਤਾ ਤੋਂ ਸੰਸਾਰ ਨੂੰ ਬਚਾ ਲੈਣ। ਇਹ ਵੀ ਉਹ ਸੀਤਲਤਾ ਵੰਡਣ ਵਾਲਾ ਹੀ ਪਰਉਪਕਾਰ ਹੈ। ਆਓ 2 ਛਿਨ
ਵਾਹਿਗੁਰੂ ਨਾਮ ਨਾਲ ਜੁੜ ਕੇ ਅਰਦਾਸ ਕਰੀਏ ਜੀ। ਸਾਰੇ ਪਿਆਰ ਵਿੱਚ ਸਿਮਰੋ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।